everyone, this is Lalima Sharma, and you guys are watching Informal Conversation only on Kent Punjab. ਸੋ ਜਿਵੇਂ ਕਿ ਮੈਂ ਹਮੇਸ਼ਾ ਕਹਿੰਦੀ ਆ ਕਿ ਇੱਕ ਐਕਟਰ ਦੀ ਕਲਾਕਾਰੀ ਉਦੋਂ ਹੀ ਸਾਹਮਣੇ ਆਉਂਦੀ ਹੈ ਜਦੋਂ ਉਹ ਇੱਕ ਇਹੋ ਜਿਹਾ ਕਿਰਦਾਰ ਕਰ ਲੈਂਦਾ ਹੈ ਕਿ ਉਹ ਕਿਰਦਾਰ ਹਰ ਇੱਕ ਨੂੰ ਹਮੇਸ਼ਾ ਚੰਗੀ ਤਰ੍ਹਾਂ ਯਾਦ ਰਹਿੰਦਾ ਹੈ। ਸੋ ਅੱਜ ਮੇਰੇ ਨਾਲ ਹੈ ਨੇਹਾ ਪਵਾਰ, ਜਿਨ੍ਹਾਂ ਨੇ ਬਹੁਤ ਦੇਰ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਵੀ ਕੀਤਾ ਹੈ ਐਂਡ ਨਾਓ ਜਦੋਂ ਅਸੀਂ ਉਹਨਾਂ ਦਾ ਇੱਕ ਰੀਸੈਂਟ ਵਰਕ ਵੇਖਿਆ, so we thought, yeah, we have to do this because it was actually so great. So welcome Neha Pawar. Thank you so much, Vikas Aryanu. Thank you so much. How are you? I'm perfectly fine. How Yeah. am I looking right now? You're looking perfectly fine. So how's your life going? Life is beautiful here, Uh, and I try to accept the life as it comes to me. So yeah, it is beautiful for me. okay, how's your career going? Career is going good here after CAT. Yeah. So a lot of things are coming. बहुत सारी चीज़ां होण आ रहीਆਂ ਅੱਗੇ. Hmm. So let's see how it goes. Okay, you know, ਤੁਸੀਂ ਬਾਲੀਵੁੱਡ ਦੇ ਵਿੱਚ ਵੀ ਬਹੁਤ ਦੇਰ ਤੋਂ ਹੋ, ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਦੇਰ ਤੋਂ ਹੋ। ਸੋ ਜੋ ਇੰਨੀ ਦੇਰ ਦਾ ਸਟਰਗਲ ਰਿਹਾ ਹੈ ਐਂਡ ਫਾਈਨਲੀ ਹੁਣ ਲੋਕਾਂ ਨੂੰ ਪਤਾ ਚੱਲ ਰਿਹਾ ਕਿ ਨੇਹਾ ਪਵਾਰ ਇਜ਼ ਅ ਵੈਰੀ ਗੁੱਡ ਐਕਟਰ, ਯੂ نو ਬਹੁਤ ਸਾਰੇ ਮਾਸਸ ਤੱਕ ਤੁਹਾਡੀ ਪਹਿਚਾਨ ਜਾ ਚੁੱਕੀ ਹੈ। ਸੋ ਹਾਊ ਇਟ ਫੀਲਸ ਜਦੋਂ ਬਹੁਤ ਦੇਰ ਦਾ ਸਟਰਗਲ ਦਾ ਜਿਹੜਾ ਇੱਕ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਆ ਜਾਂਦਾ ਹੈ ਫਾਈਨਲੀ? ਮੈਨੂੰ ਲੱਗਦਾ ਹੈ ਸਟਰਗਲ ਤਾਂ ਹਮੇਸ਼ਾ ਚੱਲਦਾ ਰਹਿੰਦਾ ਹੈ, ਔਰ ਸਟਰਗਲ ਨਹੀਂ ਮੈਂ ਬੋਲੂੰਗੀ, ਤੁਹਾਡੇ ਐਕਸਪੀਰੀਅੰਸ ਹੁੰਦੇ ਆ ਹਰ ਸਟੇਜ ਤੇ। ਤੇ ਬਹੁਤ ਵਧੀਆ ਲੱਗ ਰਿਹਾ ਬਿਕੋਜ਼ OTT ਨੈਟਫਲਿਕਸ ਇਜ਼ ਅ ਵੈਰੀ ਬਿਗ ਓਪਰਚੁਨਿਟੀ। ਮੈਨੂੰ ਇਹ ਰੋਲ ਆਫਰ ਹੋਇਆ ਸੀਗਾ, ਸੋ ਐਜ਼ ਤੁਸੀਂ ਦੇਖਿਆ ਹੋਣਾ ਕੈਟ 'ਚ ਇਟ ਵਾਜ਼ ਓਨਲੀ ਫॉर 15 to 20 ਮਿੰਟਸ, ਬਟ ਜਦੋਂ ਮੈਨੂੰ ਨਰੇਸ਼ਨ ਦਿੱਤੀ ਗਈ ਤਾਂ ਮੈਨੂੰ ਆਹ ਕੈਰੈਕਟਰ ਬਹੁਤ ਇੰਪੈਕਟਫੁਲ ਲੱਗਿਆ, ਜੋ ਕਿ ਪਰਫਾਰਮੈਂਸ ਓਰੀਐਂਟਡ ਸੀਗਾ। ਤਾਂ ਮੈਨੂੰ ਕਿਤੇ ਨਾ ਕਿਤੇ ਲੱਗਿਆ ਕਿ ਆਹ ਕਲਿੱਕ ਕਰੂਗਾ, ਸੋ ਆਈ ਥਾਟ ਕਿ ਆਈ ਸ਼ੁੱਡ ਗੋ ਫॉर ਇਟ, ਆਈ ਸ਼ੁੱਡ ਨਾਟ ਮਿਸ ਦ ਓਪਰਚੁਨਿਟੀ। ਤੇ ਹੁਣ ਫਾਈਨਲੀ ਜਦੋਂ ਚੀਜ਼ਾਂ ਸਾਹਮਣੇ ਆ ਗਈਆਂ, ਜਿੰਨੀਆਂ ਮੈਂ ਸੋਚੀਆਂ ਸੀਗੀਆਂ ਉਸ ਤੋਂ ਕੁਝ ਵਧੀਆ ਚੀਜ਼ਾਂ ਨਿਕਲ ਕੇ ਆਈਆਂ ਸਾਹਮਣੇ। ਸੋ ਯਾ, ਆਈ ਐਮ ਵੈਰੀ ਹੈਪੀ ਅਬਾਊਟ ਇਟ, ਐਂਡ ਲੌਂਗ ਵੇ ਟੂ ਗੋ, ਆਈ ਵਿਲ ਸਟਿਲ ਸੇ ਦੈਟ long way to go. Yes. Yeah. And ਇੱਕ ਐਕਟਰ ਨਾ ਹਮੇਸ਼ਾ ਜ਼ਰੂਰ ਇਹ ਸੋਚਦਾ ਹੈ, ਆਫ ਕੋਰਸ ਪਹਿਲਾਂ ਇਹ ਜ਼ਰੂਰ ਸੋਚਦਾ ਹੋਵੇਗਾ ਕਿ ਮੇਰੀ ਸਕਰੀਨ ਟਾਈਮਿੰਗ ਕਿੰਨੀ ਹੈ, ਅੱਛਾ ਮੈਂ ਕਿੰਨੀ ਦੇਰ ਦੇ ਲਈ ਦਿਖਾਂਗਾ। ਸੋ ਜਦੋਂ ਆਪਾਂ ਇਸ ਪਾਰਟਿਕੂਲਰ ਵੈਬ ਸੀਰੀਜ਼ ਦੀ ਗੱਲ ਕਰੀਏ, ਸੋ ਯੂ ਵਰ देयर ਫॉर 15 to 20 ਮਿੰਟਸ ਐਂਡ ਉਸ ਚੀਜ਼ ਦੇ ਲਈ ਹਾਂ ਕਰਨਾ ਵੀ ਇੱਕ ਯੂ نو ਬਹੁਤ ਜ਼ਿਆਦਾ ਥਾਟ ਪ੍ਰੋਸੈਸ ਲੱਗਿਆ ਹੋਵੇਗਾ ਤੁਹਾਡਾ ਕਿ ਯਾਰ ਮੈਂ 15-20 ਮਿੰਟ ਦੇ ਲਈ ਹੀ ਆਵਾਂਗੀ, ਕਿ ਮੈਂ ਉਹ ਇੰਪੈਕਟ ਪਾ ਸਕਾਂਗੀ, ਕਿ ਮੈਨੂੰ ਆਡੀਅנס ਨੋਟਿਸ ਕਰ ਪਾਵੇਗੀ। ਸੋ ਤੁਹਾਡਾ ਉਸ ਸਮੇਂ ਦਾ ਥਾਟ ਪ੍ਰੋਸੈਸ ਕੀ ਸੀਗਾ? ਥਾਟ ਪ੍ਰੋਸੈਸ ਪਹਿਲਾਂ ਤਾਂ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਦੀ ਹਾਂ। ਐਕਚੁਅਲੀ ਜਦੋਂ ਕੈਟ ਮੈਨੂੰ ਪਤਾ ਲੱਗਿਆ ਸੀਗਾ, ਮਤਲਬ ਆਈ ਗੋਟ ਟੂ ਨੋ ਦੈਟ ਕੋਈ ਸੀਰੀਜ਼ ਸਾਡੇ ਪੰਜਾਬ 'ਚ ਸ਼ੂਟ ਹੋ ਰਹੀ ਹੈ ਕੈਟ। ਸੋ ਮੈਂ ਇੰਸਟਾਗ੍ਰਾਮ ਤੇ ਐਕਚੁਅਲੀ ਦੇਖਿਆ ਕਿ ਹੂਜ਼ ਦ ਡਾਇਰੈਕਟਰ, ਬਿਕਾਜ਼ ਆਈ ਡਿਡਨਟ ਨੋ them personally. ਸੋ ਮੈਂ ਉਹਨਾਂ ਨੂੰ ਕੰਟੈਕਟ ਕੀਤਾ, ਆਈ ਟੈਕਸਟਡ ਹਿਮ ਔਨ ਮਾਈ ਇੰਸਟਾਗ੍ਰਾਮ। ਸੋ ਉਹਨਾਂ ਦਾ ਰਿਪਲਾਈ ਆ ਗਿਆ ਅੱਗੋਂ। ਸੋ ਕੈਟ ਤਾਂ ਆਲਰੇਡੀ ਕਿਉਂਕਿ ਸ਼ੂਟ ਹੋ ਰਹੀ ਸੀ, ਮੈਨੂੰ ਨਹੀਂ ਐਕਸਪੈਕਟਡ ਸੀਗਾ ਕਿ ਮਤਲਬ ਆਈ ਵਿਲ ਗੈਟ ਅ ਪਾਰਟ ਇਨ ਦੈਟ ਸੀਰੀਜ਼, ਬਟ ਆਈ ਥਾਟ ਫॉर ਫਿਊਚਰ ਪ੍ਰੋਜੈਕਟ ਆਈ ਸ਼ੁੱਡ ਕੰਟੈਕਟ ਦੀ ਡਾਇਰੈਕਟਰ। ਸੋ ਉਸ ਪੁਆਇੰਟ ਆਫ ਵਿਊ ਤੋਂ ਮੈਂ ਉਹਨਾਂ ਨੂੰ ਮੈਸੇਜ ਕੀਤਾ ਤੇ ਸਾਡੀ ਗੱਲ ਹੁੰਦੀ ਰਹੀ ਥੋੜੇ ਟਾਈਮ ਤੱਕ। ਫਿਰ ਮੈਂ ਸਰ ਨੂੰ ਕਿਹਾ, ਸਰ ਆਈ ਵਾਂਟਡ ਟੂ ਸ਼ੇਅਰ ਮਾਈ ਪ੍ਰੋਫਾਈਲ ਵਿਦ ਯੂ। ਸੋ ਬਲਵਿੰਦਰ ਸਰ ਆਸਕਡ ਮੀ, ਆਰ ਯੂ ਅ ਗੁੱਡ ਐਕਟਰ ਨੇਹਾ? So I said, sir, I'll share my profile with you, sir. You'll get to know that. Yeah. So उन्होंने अपना contact share किया मेरे नाल, मैं profile share किया. So within 3-4 days, sir दा मैनू message आया. Sir कहते there is one character in my series, Cat. Would you like to do that? मैं सोचा यार of course, but अच्छा मैनू कुछ idea नहीं सीगा कि this was for Netflix or something. मैनू कुछ idea नहीं सी कि Netflix दी series बन रही है. मैं सोचा चलो कोई series बन रही है. ਸੋ ਮੈਂ ਸਰ ਨੇ ਮੈਨੂੰ ਕਾਲ ਕੀਤਾ, ਕੈਰੈਕਟਰ ਦਾ ਨਰੇਸ਼ਨ ਦਿੱਤਾ, ਐਂਡ ਹੀ ਸੈਡ ਦੈਟ ਦਿਸ ਇਜ਼ ਫॉर ਨੈਟਫਲਿਕਸ। ਮਤਲਬ ਕੈਰੈਕਟਰ ਇਜ਼ देयर फॉर 15 to 20 minutes, but this is for Netflix. So I thought ਕਿ ਉਹਨਾਂ ਨੇ ਕਿਹਾ, and there is a rape scene in it. He told me that there is a rape scene in it which we have to show because this is Netflix. ਤੁਸੀਂ ਆ ਨਹੀਂ ਕਰ ਸਕਦੇ ਕਿ ਤੁਸੀਂ ਦਿਖਾਓਗੇ ਨਹੀਂ, ਉਹ ਤੁਹਾਨੂੰ ਮਾਈਂਡ, since you are doing ਪੰਜਾਬੀ ਫਿਲਮਸ ਹੈ ਨਾ, ਤੇ ਤੁਸੀਂ ਸੋਚ ਲਓ ਕਿ
ਤੁਹਾਨੂੰ ਕਰਨਾ ਆ ਜਾਂ ਨਹੀਂ ਕਰਨਾ, ਸੋ ਆਈ ਟੁਕ ਟਾਈਮ ਇਮੀਡੀਏਟਲੀ ਮੈਂ ਉਸ ਚੀਜ਼ ਲਈ ਮਤਲਬ ਕਿਉਂਕਿ ਆਬਵੀਅਸਲੀ ਮੈਨੂੰ ਆਡੀਸ਼ਨ ਵੀ ਦੇਣਾ ਸੀ ਉਸ ਤੋਂ ਬਾਅਦ ਬਿਕਾਜ਼ ਨੈਟਫਲਿਕਸ ਤੁਸੀਂ ਉਥੇ ਕੁਝ ਰੂਲਸ ਹੈ that you have to go through the auditions also, right? ਸੋ ਮੈਂ ਥੋੜਾ ਟਾਈਮ ਸੋਚਿਆ, then I thought ਯਾਰ no ਕੈਰੈਕਟਰ ਜਦੋਂ ਕਿਉਂਕਿ ਮੈਨੂੰ ਕੈਰੈਕਟਰ ਬਹੁਤ ਵਧੀਆ ਲੱਗਿਆ ਸੀ Yeah. ਮਤਲਬ ਤੁਸੀਂ ਦੇਖੀ ਹੋਣੀ ਸੀਰੀਜ਼ ਮੈਡਮ ਔਲਖ, ਸ਼ੀ ਇਜ਼ ਅ ਡਰਗ ਮਾਫੀਆ। ਸੋ ਹਾਊ ਸ਼ੀ ਬਿਕਮਸ ਡਰਗ ਮਾਫੀਆ, ਉਹ ਕੈਰੈਕਟਰ ਦਾ ਉਸ 15 ਤੋਂ 20 ਮਿੰਟ ਦੇ ਅੰਦਰ ਟਰਾਂਸਫੋਰਮੇਸ਼ਨ ਹੈ। Yeah. ਸੋ ਮੈਨੂੰ ਪਤਾ ਸੀਗਾ ਉਹ ਚੀਜ਼ ਚੈਲੰਜਿੰਗ ਵੀ ਹੋਏਗੀ ਔਰ ਉਹਦੇ ਚ ਵਧੀਆ ਮਤਲਬ ਪਰਫਾਰਮੈਂਸ ਕਰਨ ਦਾ ਬਹੁਤ ਸਪੇਸ ਹੋਏਗਾ। ਫਿਰ ਮੈਂ ਸੋਚਿਆ no, I should not miss this opportunity. This character was sympathetic also, and then she becomes villain, matlab drug mafia she becomes. So I thought about it and I called up sir. I said, sir, I would love to do it. So okay, then but you have to give audition for that. Yeah. I said, okay sir, I'm good for that. Matlab I can give the audition. ਤਾਂ ਸਰ ਨੇ ਮਤਲਬ ਆਪਣੇ ਟੀਮ ਨੂੰ ਬੋਲਤਾ, ਉਹਨਾਂ ਨੇ ਮੈਨੂੰ ਸਕ੍ਰਿਪਟ ਭੇਜੀ। ਸੋ ਮੈਂ 2 ਵੇਰੀਏਸ਼ਨ ਚ ਉਹਨਾਂ ਨੂੰ ਆਡੀਸ਼ਨ ਰਿਕਾਰਡ ਕਰਕੇ ਭੇਜਿਆ and after 4-5 hours sir called me and said yeah you're a very good actor, and I got locked for the character. So that's how it happened. matlab I didn't even meet Balwinder sir. matlab ਮੈਂ ਘਰੋਂ ਜੀ ਆਡੀਸ਼ਨ ਭੇਜਿਆ ਸੀ, ਚੰਡੀਗੜ੍ਹ ਤੋਂ ਹੀ ਆਡੀਸ਼ਨ ਭੇਜਿਆ ਸੀਗਾ ਸੈਲਫ ਟੈਸਟ ਕਰਕੇ, and I got selected for the part and directly ਮੈਂ ਸਭ ਕੁਝ ਇੱਥੇ ਫਾਈਨਲ ਹੋਇਆ ਸੀ, directly ਮੈਂ ਸੈੱਟ ਤੇ ਗਈ ਸੀ ਮਤਲਬ ਸਭ। Yeah. So yeah, that's how it happened. So ਮੈਨੂੰ ਲੱਗਿਆ ਕਿ opportunities ਕਦੀ ਜ਼ਿੰਦਗੀ ਚ ਮਿਸ ਨਹੀਂ ਕਰਨੀਆਂ ਚਾਹੀਦੀਆਂ। ਇੱਕ ਤਾਂ Netflix is a big platform, Yes. you know, to be very honest. So anybody would do that. 15 to 20 minutes ਕਿਆ ਲੋਕ 5 ਤੋਂ 7 ਮਿੰਟ ਦੇ ਵੀ ਕਿਰਦਾਰ ਕਰਦੇ ਆ, ਬਟ ਹਾਂ ਮਤਲਬ ਮੇਰੀ ਉਹ ਪ੍ਰਾਇੋਰਿਟੀ ਹੁੰਦੀ ਆ ਕਿ ਕੁਝ ਉੱਚ ਦੇਖਣ ਨੂੰ ਮਿਲੇ, ਮਤਲਬ ਪਰਫਾਰਮ ਕਰਨ ਨੂੰ ਮਿਲੇ, ਉਹ ਸਪੇਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਉਹੀ ਥਾਟ ਪ੍ਰੋਸੈਸ ਚੱਲਿਆ ਸੀ ਔਰ ਮੇਰੀ ਇੰਟਿਊਸ਼ਨ ਸਹੀ ਨਿਕਲੀ ਹੈ, ਇਟ ਕੇਮ ਆਊਟ ਰੀਲੀ ਵੈਲ, ਸੋ ਆਈ ਐਮ ਵੈਰੀ ਹੈਪੀ ਅਬਾਊਟ ਇਟ। ਜਦੋਂ ਅਸੀਂ ਬਹੁਤ ਦੇਰ ਤੋਂ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ ਨਾ, ਸੋ ਇੱਕ ਤਰ੍ਹਾਂ ਦੇ ਨਾਲ ਜਦੋਂ ਕੰਮ ਸਾਡੇ ਕੋਲ ਆਂਦਾ ਹੈ ਤਾਂ ਉਦੋਂ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਬਟ ਇੱਕ ਪੁਆਇੰਟ ਦੇ ਉੱਤੇ ਜਦੋਂ ਕੰਮ ਨਹੀਂ ਆਂਦਾ ਹੈ ਤਾਂ ਉਹ ਇੱਕ ਫੇਸ ਵੀ ਬਹੁਤ ਜ਼ਿਆਦਾ ਅਲੱਗ ਹੁੰਦਾ। ਆਈ ਡੋਂਟ ਥਿੰਕ ਸੋ ਕਿ ਕੋਈ ਵੀ ਰਿਲੇਟ ਕਰ ਪਾਵੇਗਾ ਜੇ ਉਹ ਐਕਟਰ ਨਹੀਂ ਹੈ, ਯੂ نو ਇੱਕ ਐਕਟਰ ਹੀ ਰਿਲੇਟ ਕਰ ਸਕਦਾ ਹੈ ਇਸ ਸਿਚੁਏਸ਼ਨ ਨੂੰ। ਸੋ ਜਦੋਂ ਤੁਹਾਡੇ ਕੋਲ ਮੰਨ ਲਓ ਕਿ ਨਹੀਂ ਆ ਰਹੀਆਂ ਓਪਰਚੁਨਿਟੀਜ਼, ਮੰਨ ਲਓ ਕਿ ਨਹੀਂ ਆ ਰਹੇ ਪ੍ਰੋਜੈਕਟਸ, ਸੋ ਤੁਸੀਂ ਉਹ ਸਾਰੇ ਫੇਸ ਨੂੰ ਕਿਸ ਤਰ੍ਹਾਂ ਡੀਲ ਕੀਤਾ? ਯੂ نو ਦ ਮੈਂਟਲ ਹੈਲਥ ਜਦੋਂ ਅਸੀਂ ਗੱਲ ਕਰਦੇ ਹਾਂ, ਸੋ ਉਸ ਸਮੇਂ ਦਾ ਮੈਂਟਲ ਹੈਲਥ ਤੁਹਾਡਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਜਦੋਂ ਓਪਰਚੁਨਿਟੀਜ਼ ਤੁਹਾਡੇ ਕੋਲ ਆ ਹੀ ਨਹੀਂ ਰਹੀਆਂ, ਪ੍ਰੋਜੈਕਟਸ ਆ ਹੀ ਰਹੇ? See, I'll tell you something, Lalima. I'm a kind of a person who's very balanced. Okay. And ਮੈਨੂੰ personally ਲੱਗਦਾ ਮੇਰੇ ਅੰਦਰ patience ਹੈ। See, ਇੰਡਸਟਰੀ ਕਿਆ ਕੋਈ ਵੀ ਇੰਡਸਟਰੀ ਲਗਾ ਲਓ, ਕਾਰਪੋਰੇਟ ਇੰਡਸਟਰੀ ਲਗਾ ਲਓ, ਕੋਈ ਵੀ ਕਰੀਅਰ ਲਗਾ ਲਓ, ਮੈਨੂੰ ਲੱਗਦਾ ਤੁਹਾਨੂੰ ਟਾਈਮ ਔਰ ਪੇਸ਼ੈਂਸ ਹਰੇਕ ਚ ਰੱਖਣੀ ਪੈਂਦੀ ਹੈ। ਟਾਈਮ ਵੀ ਦੇਣਾ ਪੈਂਦਾ ਔਰ ਪੇਸ਼ੈਂਸ ਵੀ ਰੱਖਣੀ ਪੈਂਦੀ ਹੈ, ਕਿਉਂਕਿ ਲਾਈਫ ਦੇ ਅੰਦਰ ਤਾਂ ਸਭ ਕੁਝ ਹੋਏਗਾ। ਮਤਲਬ ਇੱਕ ਟਾਈਮ ਇਦਾਂ ਦਾ ਵੀ ਆਉਂਦਾ ਤੁਹਾਡੇ ਕੋਲ ਕੰਮ ਨਹੀਂ ਹੈ, ਇੱਕ ਟਾਈਮ ਆਉਂਦਾ ਤੁਹਾਡੇ ਕੋਲ ਬਹੁਤ ਸਾਰਾ ਕੰਮ ਹੈ, ਇੱਕ ਟਾਈਮ ਤੇ ਤੁਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਂਦੇ ਹੋ, ਸਕਸੈਸਫੁਲ ਹੋ ਕੇ ਫਿਰ ਉਸ ਤੋਂ ਬਾਅਦ ਦੁਬਾਰਾ ਨੀਚੇ ਗਿਰਦੇ ਹੋ, ਫਿਰ ਦੁਬਾਰਾ ਉੱਤੇ ਗਿਰ, ਤਾਂ ਇਟ ਇਜ਼ ਅ ਪਾਰਟ ਆਫ ਆਰ ਲਾਈਫ। ਮਤਲਬ ਇੱਕ ਜ਼ਿੰਦਗੀ ਦੇ ਵਿੱਚ ਵੀ ਆ ਚੀਜ਼ ਹੁੰਦੀ ਆ। ਜੇ ਤੁਸੀਂ ਮੈਨੂੰ ਲੱਗਦਾ ਬੈਲੈਂਸਡ ਹੋ, ਉਹੀ ਟਾਈਮ ਹੁੰਦਾ ਹੈ ਐਕਚੁਅਲੀ ਤਾਂ ਜਦੋਂ ਤੁਸੀਂ ਕੰਮ ਕਰ ਰਹੇ ਹੋ ਉਸ ਟਾਈਮ ਤਾਂ ਯੂ ਆਰ ਹੈਪੀ ਬਿਕਾਜ਼ ਐਂਡ ਯੂ ਆਰ ਬਿਜ਼ੀ ਹੈ ਨਾ, ਉਸ ਟਾਈਮ ਤਾਂ ਮੈਨੇਜ ਚੀਜ਼ਾਂ ਹੋ ਹੀ ਜਾਂਦੀਆਂ ਬਿਕਾਜ਼ ਯੂ ਆਰ ਵਰਕਿੰਗ ਐਵਰੀ ਡੇ। ਸੋ ਤੁਸੀਂ ਬੋਦਰ ਵੀ ਨਹੀਂ ਕਰਦੇ ਕਿਸੇ ਚੀਜ਼ ਨੂੰ। ਬਟ ਜਦੋਂ ਤੁਸੀਂ ਖਾਲੀ ਹੁੰਦੇ ਹੋ, ਹੁਣ ਜਾਂ ਤਾਂ ਤੁਸੀਂ ਆਪਣਾ ਮਾਈਂਡ ਕ੍ਰੀਏਟਿਵ ਚੀਜ਼ਾਂ ਚ ਲਾ ਲਓ, ਆਪਣੇ ਆਪ ਨੂੰ ਗਰੋ ਕਰਨ ਚ ਲਾ ਲਓ, ਚਾਹੇ ਉਹ ਮੈਂਟਲ ਗਰੋਥ ਹੋਵੇ, ਹੈ ਨਾ, ਮਤਲਬ ਆਪਣੀ ਫਿਟਨੈਸ ਤੇ ਲਾ ਲਓ, ਆਪਣੇ ਉੱਤੇ ਕੰਮ ਕਰਨ ਤੇ ਲਾ ਲਓ, ਕ੍ਰੀਏਟਿਵਿਟੀ ਚ ਲਾ ਲਓ। ਅਗਰ ਤੁਸੀਂ ਐਕਟਰ ਹੋ ਤਾਂ ਹੋਰ ਚੀਜ਼ਾਂ ਤੁਸੀਂ ਮਤਲਬ ਐਕਸਪਲੋਰ ਕਰੋ, ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ। ਤੇ ਉਹੀ ਟਾਈਮ ਹੁੰਦਾ ਹੈ ਐਕਚੁਅਲੀ ਆਪਣੇ ਆਪ ਨੂੰ ਪੇਸ਼ੈਂਸ ਰੱਖਣਾ, ਔਰ ਉਹ ਚੀਜ਼ ਮੈਨੂੰ ਲੱਗਦਾ ਤੁਹਾਨੂੰ ਹੋਰ ਮੈਚੁਰ ਬਣਾ ਦਿੰਦੀ ਹੈ ਐਜ਼ ਐਨ ਐਕਟਰ ਵੀ, ਐਜ਼ ਅ ਪਰਸਨ ਵੀ। ਜਦੋਂ ਉਹ ਗੈਪ ਆਉਂਦਾ ਹੈ ਨਾ, ਉਹਦੇ ਅੰਦਰ ਐਕਚੁਅਲੀ ਸਮਝਣ ਦਾ ਟਾਈਮ ਹੁੰਦਾ ਹੈ ਕਿ ਐਕਚੁਅਲੀ ਮੇਰੀ ਲਾਈਫ 'ਚ ਇਹ ਹੁਣ ਫੇਜ਼ ਆਇਆ ਹੈ, ਇਸ ਚੀਜ਼ ਨੂੰ ਮੈਂ ਕ੍ਰਾਸ ਅਗਰ ਕਰ ਲੂੰਗੀ ਪੇਸ਼ੈਂਸ ਰੱਖ ਕੇ, ਤਾਂ ਚੀਜ਼ਾਂ ਅੱਗੇ ਤਾਂ ਵਧੀਆ ਹੋਣੀਆਂ, ਕਿਉਂਕਿ ਕਹਿੰਦੇ ਆ ਨਾ ਦਿਨ ਤੋਂ ਰਾਤ ਤੋਂ ਬਾਅਦ ਦਿਨ ਤਾਂ ਆਉਣਾ ਹੀ ਆਉਣਾ। ਸੋ ਲਾਈਫ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ, ਉਹ ਤਾਂ ਓਬਵੀਅਸਲੀ ਚੇਂਜ ਹੁੰਦੀ ਹੈ। ਸੋ ਦੈਟਸ ਵਾਟ ਆਈ ਥਿੰਕ। ਸੋ ਇੱਕ ਆਰਟਿਸਟ ਦੀ ਲਾਈਫ ਦੇ ਵਿੱਚ ਵੀ ਨਾ ਡੈਸਪਰੇਟ ਮੋਮੈਂਟਸ ਹੁੰਦੇ ਨੇ, ਐਂਡ ਇੱਕ ਵਾਰੀ ਇੱਕ ਆਰਟਿਸਟ
ਇੱਕ ਹੁੰਦਾ ਹੈ ਕਿ ਇਸ ਚੀਜ਼ ਦੇ ਲਈ ਡੈਸਪਰੇਸ਼ਨ ਹੈਗੀ ਹੈ। ਹਮ। ਸੋ ਨੇਹਾ, ਤੁਹਾਡੀ ਲਾਈਫ ਦੇ ਵਿੱਚ ਕਦੇ ਇਸ ਤਰ੍ਹਾਂ ਹੋਇਆ ਹੈ ਕਿ ਕਦੇ ਕੋਈ ਡੈਸਪਰੇਟ ਮੂਮੈਂਟ ਆਇਆ ਹੋਵੇ ਤੇ ਤੁਸੀਂ ਵੀ ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਡੈਸਪਰੇਟ ਹੋਏ ਹੋਵੋਗੇ? ਆਰਟਿਸਟ ਦੀ ਜਦੋਂ ਮੇਰਾ ਇਨੀਸ਼ੀਅਲ ਸਟੇਜ ਸੀ ਕਰੀਅਰ ਦਾ, ਜਦੋਂ ਚੀਜ਼ਾਂ ਤੁਹਾਨੂੰ ਇੰਨੀ ਸਮਝ ਨਹੀਂ ਆਉਂਦੀਆਂ ਤੁਹਾਨੂੰ ਕੀ ਕਰਨਾ ਹੈ ਕੀ ਨਹੀਂ ਕਰਨਾ, ਜਦੋਂ ਆਈ ਐਮ ਟਾਕਿੰਗ ਅਬਾਊਟ that time when I was in Bombay, but like ਕੁਝ ਚੀਜ਼ਾਂ ਇਦਾਂ ਦੀਆਂ ਹੋ ਰਹੀਆਂ ਸੀਗੀਆਂ ਲਾਈਫ 'ਚ ਕਿ ਮੈਨੂੰ, ਕਿਉਂਕਿ ਮੈਂ 2-3 ਪ੍ਰੋਜੈਕਟਸ ਕਰ ਚੁੱਕੀ ਸੀ ਉਸ ਟਾਈਮ ਤੋਂ ਬਾਅਦ, ਇੱਕ ਟਾਈਮ ਸੀ ਜਿਸ ਵਕਤ ਮੇਰੇ ਕੋਲ ਇੱਕ ਵੀ ਪ੍ਰੋਜੈਕਟ ਨਹੀਂ ਸੀ। ਹੂੰ ਉਹ ਕਿਉਂਕਿ ਉਸ ਵਕਤ ਤੁਸੀਂ ਜਦੋਂ ਨਵੇਂ-ਨਵੇਂ ਹੁੰਦੇ, ਤੁਸੀਂ ਯੰਗ ਵੀ ਹੁੰਦੇ ਹੋ, ਤੁਸੀਂ ਘਰੋਂ ਕੋ ਨਿਕਲ ਕੇ ਜਾਂਦੇ ਹੋ ਤਾਂ ਤੁਹਾਨੂੰ ਚੀਜ਼ਾਂ ਪਤਾ ਨਹੀਂ ਹੁੰਦੀਆਂ ਹੈ ਨਾ। ਹੁਣ ਆਹ ਚੀਜ਼ ਮੈਂ ਹੁਣ ਅੱਜ ਤੋਂ ਅਗਰ ਮੈਂ 7-8 ਸਾਲ ਪਹਿਲਾਂ ਦੀ ਗੱਲ ਕਰੂੰਗੀ ਤੇ ਹੁਣ ਜਿੰਨੀ ਮੈਚੁਰ ਮੈਂ ਗੱਲ ਕਰ ਰਹੀ ਹਾਂ, ਸ਼ਾਇਦ ਇੰਨੀ ਮੈਚੁਰ ਗੱਲਾਂ ਮੈਂ ਉਸ ਵਕਤ ਨਹੀਂ ਕਰ ਸਕਦੀ ਸੀ ਕਿਉਂਕਿ ਮੈਨੂੰ ਲਾਈਫ ਦੇ ਬਾਰੇ ਪਤਾ ਨਹੀਂ ਸੀ, ਹਾਲੇ ਮੈਂ ਐਕਸਪਲੋਰ ਕਰ ਰਹੀ ਸੀ। ਹੂੰ ਪਰ ਉਸ ਟਾਈਮ ਤੇ ਇੱਕ ਪ੍ਰੋਜੈਕਟ ਮੈਂ ਵੀ ਬਾਈ ਚਾਂਸ ਕੋਈ ਇਦਾਂ ਦਾ ਸਾਈਨ ਕਰਤਾ ਸੀ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ, ਬਟ ਮੈਂ ਉਹ ਪ੍ਰੋਜੈਕਟ ਜਾ ਕੇ ਉੱਥੇ ਪਹੁੰਚ ਕੇ ਵੀ ਸ਼ੂਟ ਨਹੀਂ ਕੀਤਾ। ਕਿਤੇ ਨਾ ਕਿਤੇ ਉਹ ਚੀਜ਼ ਹੁੰਦੀ ਹੈ ਨਾ ਅੰਦਰ, ਤੁਹਾਡੇ ਮੈਚੁਰਿਟੀ ਹੁੰਦੀ ਹੈ ਉਸ ਚੀਜ਼ ਦੀ, ਬਟ ਹਾਂ ਡੈਸਪਰੇਟਲੀ ਤੁਸੀਂ ਕੁਝ ਚੀਜ਼ਾਂ ਇਦਾਂ ਦੀਆਂ ਸਾਈਨ ਕਰ ਦਿੰਦੇ ਹੋ ਜੋ ਐਕਚੁਅਲੀ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ। ਦੇयर ਵਾਸ ਅ ਪ੍ਰੋਜੈਕਟ, ਇਟ ਵਾਸ ਅ ਸਾਊਥ ਫਿਲਮ ਐਕਚੁਅਲੀ, ਇਟ ਵਾਸ ਲੌਂਗ ਬੈਕ। ਹੂੰ ਸੋ ਲਾਸਟ ਟਾਈਮ ਵੀ ਮੈਂ ਇਸ ਐਕਸਪੀਰੀਅੰਸ ਬਾਰੇ ਗੁਰਲੀਨ ਮੈਮ ਨੂੰ ਦੱਸਿਆ ਸੀਗਾ। ਓਕੇ ਸੋ ਉਸ ਵਕਤ ਕੁਝ ਮੇਰੀ ਪਰਸਨਲ ਇਸ਼ੂਜ਼ ਚੱਲ ਰਹੇ ਸੀਗੇ ਐਂਡ ਮੇਰਾ ਨਾ ਕੰਮ ਦੇ ਮਤਲਬ ਤਰਫੋਂ ਮੈਨੂੰ ਸੈਟੀਸਫੈਕਸ਼ਨ ਸੀ ਔਰ ਨਾ ਪਰਸਨਲੀ ਆਈ ਵਾਸ ਸੈਟੀਸਫਾਈਡ ਇਨ ਮਾਈ ਲਾਈਫ, ਮਤਲਬ ਮੇਰਾ ਮੈਂਟਲ ਕੁਝ ਮਤਲਬ ਇਸ਼ੂਜ਼ ਚੱਲ ਰਹੇ ਸੀ ਉਸ ਵਕਤ। ਸੋ ਆਈ ਸਾਈਨਡ ਦਿਸ ਪ੍ਰੋਜੈਕਟ, ਦਿਸ ਵਾਸ ਸਾਊਥ ਮੂਵੀ ਐਂਡ ਮੈਨੂੰ ਕੁਝ ਸਾਈਨਿੰਗ ਮਿਲਿਆ ਔਰ ਮੈਂ ਆਈ ਜਸਟ ਵਾਂਟਡ ਟੂ ਗੈਟ ਰਿਡ ਆਫ दैट ਹੂੰ ਜ਼ੋਨ ਜੋ ਚੱਲ ਰਿਹਾ ਸੀ ਮੇਰੇ ਮਾਈਂਡ 'ਚ। ਸੋ ਆਈ ਸਾਈਨਡ दैट ਪ੍ਰੋਜੈਕਟ, ਆਈ ਵੈਂਟ ਟੂ ਦਿਸ ਪਲੇਸ ਮਾਨਗਾਂਵ, ਜੋ ਕਿ ਮੁੰਬਈ ਗੋਆ ਹਾਈਵੇ ਦੇ ਵਿੱਚ ਇੱਕ ਕੋਈ ਗਾਂਵ ਆ, ਉੱਥੇ ਉਹ ਲੋਕ ਲੈ ਗਏ ਤੇ ਉੱਥੇ ਨੈਕਸਟ ਡੇ ਤੋਂ ਸ਼ੂਟ ਸੀਗਾ। ਹੂੰ So they said rehearsals है and I didn't, you won't believe that time I didn't even read the script. आज मेरे लिए scripts कितनी priority रखती है, कंटेंट कितनी priority रखता है, उस वेले मैं वो साइन करता नहीं बस मैनू करना है। ਹੂੰ ਫਿਰ ਜਦੋਂ ਰਿਹਰਸਲ ਸ਼ੁਰੂ ਹੋਈ ਸੋ ਉਹ ਮੈਨੂੰ ਨਾ ਪ੍ਰੋਜੈਕਟ ਤੋਂ ਇੱਕ ਤਾਂ ਵਾਈਬ ਨਹੀਂ ਆਈ, ਮੈਨੂੰ ਲੱਗ ਰਿਹਾ ਸੀ ਕਿ ਕੁਝ ਗੜਬੜ ਹੈ ਪ੍ਰੋਜੈਕਟ, ਹੂੰ ਮਤਲਬ ਇਟ ਵਾਸ ਅ ਬੀ ਗ੍ਰੇਡ ਸੀ ਗ੍ਰੇਡ ਕਾਈਂਡ ਆਫ ਪ੍ਰੋਜੈਕਟ which I signed. ਯਾ ਸੋ वो वही डेस्परेशन सीगी उस वक्त है ना, आई वाज न्यू टू द इंडस्ट्री आल्सो, बट मैं उस वक्त ਉਹਨਾਂ ਨੂੰ ਬੋਲ ਦਿੱਤਾ ਕਿ ਸਰ ਆਈ ਵੋਂਟ ਬੀ ਏਬਲ ਟੂ ਡੂ ਇਟ, ਕਿਉਂਕਿ ਉਹਨਾਂ ਨੂੰ ਐਕਚੁਅਲੀ ਐਕਟਰਸ ਮਿਲ ਹੀ ਨਹੀਂ ਰਹੇ ਸੀ। ਇਹਦਾ ਮਤਲਬ ਕਿੰਨੇ ਉਧਰੋਂ ਦੀ ਜੀ ਜਾ ਚੁੱਕੇ ਸੀਗੇ ਐਕਟਰਸ, ਯਾ ਕਿੰਨੇ ਲੋਕਾਂ ਨੇ ਉਹ ਪ੍ਰੋਜੈਕਟ ਛੱਡਿਆ ਹੋਣਾ। ਸੋ ਦੇ ਡਿਡਨਟ ਸੇ ਐਨੀਥਿੰਗ। ਮੈਂ ਕਿਹਾ ਸਰ ਸੌਰੀ ਆਈ ਵੋਂਟ ਬੀ ਏਬਲ ਟੂ, ਆਈ ਐਮ ਨਾਟ ਕੰਫਰਟੇਬਲ ਡੂਇੰਗ ਇਟ ਆਫਟਰ ਸਾਈਨਿੰਗ ਦ ਕੰਟਰੈਕਟ। And this is very unprofessional what I did. I know that I won't repeat it in my life. ਹਾਂ ਕਦੀ ਕੀਤਾ ਵੀ ਨਹੀਂ, ਬਟ ਉਹ ਕਿਤੇ ਨਾ ਕਿਤੇ ਮੇਰੀ ਗਲਤੀ ਸੀਗੀ ਕਿ ਮਤਲਬ ਤੁਸੀਂ ਜਲਦਬਾਜ਼ੀ 'ਚ ਮੈਨੂੰ ਲੱਗਦਾ ਕੋਈ ਵੀ ਡਿਸੀਜਨ ਤੁਹਾਨੂੰ ਨਹੀਂ ਲੈਣਾ ਚਾਹੀਦਾ। ਨੇਹਾ, ਆਪਾਂ ਹਰ ਇੱਕ ਚੀਜ਼ ਦੀ ਇੱਥੇ ਗੱਲ ਕਰ ਲਈ ਹੈ, ਬਟ ਮੁੰਬਈ ਦੇ ਵਿੱਚ ਰਹਿੰਦੇ ਹੋਏ ਇੱਕ ਆਰਟਿਸਟ ਨੂੰ ਰਿਜੈਕਸ਼ਨ ਦੀ ਬਹੁਤ ਜ਼ਿਆਦਾ ਆਦਤ ਹੋ ਜਾਂਦੀ ਹੈ ਐਂਡ ਇੱਕ ਰਿਜੈਕਸ਼ਨ ਨਾ ਬਾਰ-ਬਾਰ ਜਦੋਂ ਆਉਂਦਾ, ਅਸੀਂ ਆਡੀਸ਼ਨਸ ਤਾਂ ਦੇ ਰਹੇ ਹਾਂ ਬਟ ਇੱਕ ਰਿਜੈਕਸ਼ਨ ਵਾਲਾ ਜਿਹੜਾ ਠੱਪਾ ਹੈ ਨਾ ਉਹ ਵੀ ਨਾਲ ਹੀ ਚੱਲ ਰਿਹਾ ਹੈ। ਸੋ ਹਾਊ ਡੂ ਯੂ ਡੀਲ ਵਿਦ ਦ ਰਿਜੈਕਸ਼ਨਸ? ਸੀ ਦੇਖੋ ਕੋਈ ਵੀ ਇੱਕ ਪ੍ਰੋਜੈਕਟ ਬਣ ਰਿਹਾ ਹੈ, ਹੁਣ ਉੱਥੇ ਕਿੰਨੇ ਲੋਕਾਂ ਦੇ ਇੱਕ ਹੀ ਕੈਰੈਕਟਰ ਵਾਸਤੇ ਆਡੀਸ਼ਨਸ ਹੋ ਰਹੇ। सो आई कांट एक्सपेक्ट, मतलब अगर ਜਦੋਂ ਤੁਸੀਂ ਜ਼ਿਆਦਾ एक्सपेक्टेशन रखते हो ना कि मैंने ये कर लिया, इसके बाद मुझे मतलब मैंने ये भी ऑडिशन दे दिया, यहाँ से तो आ जाएगा, यहाँ से तो आ जाएगा, ਤਾਂ ਕੰਮ ਖਰਾਬ ਹੁੰਦਾ ਹੈ ਹਮੇਸ਼ਾ। ਯੂ ਸ਼ੁਡ ਨਾਟ ਐਕਸਪੈਕਟ, ਬਿਕਾਜ਼ ਮੈਨੂੰ ਲੱਗਦਾ ਹੈ ਹਮੇਸ਼ਾ ਤੁਸੀਂ, ਜਦੋਂ ਵੀ ਮੈਂ ਆਡੀਸ਼ਨ ਕਰਦੀ ਸੀ ਤਾਂ ਮੈਨੂੰ ਆਪਣੀ ਡਿਊਟੀ ਲੱਗਦੀ ਸੀ ਕਿ ਆਈ ਗੋ ਆਊਟ ਟੁਡੇ, ਆਈ ਐਮ ਗੋਇੰਗ ਟੂ ਗਿਵ ਦਿਸ ਆਡੀਸ਼ਨ, ਦਿਸ ਆਡੀਸ਼ਨ, ਦਿਸ ਆਡੀਸ਼ਨ, ਦਿਸ ਆਡੀਸ਼ਨ, ਉਹਨੂੰ ਉੱਥੇ ਹੀ ਛੱਡਿਆ। ਮਤਲਬ ਮੈਂ ਕਦੀ ਐਕਸਪੈਕਟ ਨਹੀਂ ਕੀਤਾ ਕਿ ਇੱਥੋਂ ਕਾਲ ਆਊਗਾ, ਆਪਣਾ ਬੈਸਟ ਦੇ ਕੇ ਆ ਜਾਓ, ਕਿਉਂਕਿ ਆਬਵੀਅਸਲੀ ਉਹ ਤਾਂ ਚੀਜ਼ ਪੋਸੀਬਲ ਹੀ ਨਹੀਂ ਹੈ ਨਾ ਕਿ ਮਤਲਬ ਹਰ ਪ੍ਰੋਜੈਕਟ ਦੇ ਲਈ ਤੁਸੀਂ ਕਿੱਦਾਂ ਸਿਲੈਕਟ ਹੋ ਸਕਦੇ ਹੋ। ਕਿੰਨੇ ਸਾਰੇ ਸਕ੍ਰਿਪਟਸ ਹੈ, ਕਿੰਨੇ ਪ੍ਰੋਜੈਕਟਸ ਹੈ, ਕਿੰਨੇ ਆਡੀਸ਼ਨਸ ਹੁੰਦੇ ਆ ਇੱਕ ਆਡੀਸ਼ਨ ਵਾਸਤੇ। ਹੁਣ ਮੈਡਮ ਔਲਖ ਜੋ ਮੈਂ ਕੈਰੈਕਟਰ ਕੀਤਾ ਉਹਦੇ ਵੀ ਕਿੰਨੇ ਆਡੀਸ਼ਨਸ ਹੋਏ ਇੱਥੇ, ਬਟ ਦੈਟ ਵਾਸ ਮੇਡ ਫॉर ਮੀ। ਤਾਂ ਮੈਨੂੰ ਉਹ ਕਿਤੋਂ ਵੀ ਘੁੰਮ ਕੇ ਮੇਰੇ ਕੋਲ ਆ ਗਿਆ ਕੈਰੈਕਟਰ। ਸੋ ਦੈਟਸ ਵਾਟ ਆਈ ਬਿਲੀਵ। ਸੋ ਰਿਜੈਕਸ਼ਨ ਔਰ ਸਿਲੈਕਸ਼ਨ ਤਾਂ ਹੁੰਦਾ ਹੀ ਨਹੀਂ ਹੈ, ਕਿਉਂਕਿ ਜੋ ਜਿਸ ਚੀਜ਼ ਲਈ ਫਿੱਟ ਹੋਏਗਾ ਉਹ ਉੱਥੇ ਉਹ ਹੋ ਜਾਏਗਾ। ਇੱਕ ਨਾ ਹੁਣ
ਕਿਉਂਕਿ ਆਪਾਂ ਜਦੋਂ ਉਮਰ ਦੇ ਨਾਲ ਅੱਗੇ ਵੱਧਦੇ ਆ ਨਾ ਮੈਚੁਰਿਟੀ ਆਂਦੀ ਰਹਿੰਦੀ, ਕਿਉਂਕਿ ਜਿਸ ਤਰ੍ਹਾਂ ਮੈਂ ਅੱਜ ਸੋਚ ਰਹੀ ਹਾਂ ਮੈਂ 2 ਸਾਲ ਪਹਿਲਾਂ ਤਾਂ ਬਿਲਕੁਲ ਨਹੀਂ ਸੋਚਦੀ ਸੀ, Right. ਜਿਸ ਤਰ੍ਹਾਂ ਮੈਂ ਅੱਜ ਰਿਐਕਟ ਕਰ ਰਹੀ ਹਾਂ 2 ਸਾਲ ਪਹਿਲਾਂ ਮੈਂ ਉਦੋਂ ਓਵਰ ਰਿਐਕਟ ਕਰਦੀ ਸੀ। ਰਾਈਟ ਰਾਈਟ ਸੋ ਹਜੇ ਤੁਸੀਂ ਵੀ ਇਹਨਾਂ 7-8 ਸਾਲਾਂ ਦੇ ਵਿੱਚ ਆਈ ਥਿੰਕ ਜਿਵੇਂ ਪਹਿਲਾਂ ਕਿਹਾ ਕਿ ਜਦੋਂ ਮੈਂ ਪਹਿਲੇ ਸਾਲ ਦੇ ਵਿੱਚ ਸੀਗੇ 8ਵੇਂ ਸਾਲ ਦੇ Of ਵਿੱਚ course. ਤੁਸੀਂ ਉਸ ਤਰ੍ਹਾਂ ਨਹੀਂ ਹੈਗੇ ਹੋ। Of course. ਸੋ ਇਹ ਜਰਨੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਚੇਂਜ ਕੀਤਾ ਹੈ, ਕਿਵੇਂ ਕਿਸ ਤਰ੍ਹਾਂ ਇਹ ਮੈਚੁਰਿਟੀ ਆਈ ਹੈ ਐਕਸਪੀਰੀਐਂਸਸ ਐਕਸਪੀਰੀਐਂਸਸ? ਹਾਂ ਮਤਲਬ ਤੁਹਾਨੂੰ ਹਰੇਕ ਜਦੋਂ ਤੁਸੀਂ ਵੈਸੇ ਵੀ ਬੰਬੇ ਤੁਹਾਨੂੰ ਨਾ ਐਜ਼ ਅ ਪਰਸਨ ਵੀ ਮੈਚੁਰ ਬਣਾ ਦੇਣਾ ਐਜ਼ ਅ ਐਕਟਰ ਤਾਂ ਆਬਵੀਅਸਲੀ ਐਜ਼ ਐਨ ਐਕਟਰ ਤਾਂ ਤੁਸੀਂ ਮੈਚੁਰ ਬਣਦੇ ਹੀ ਬਣਦੇ ਹੋ ਐਜ਼ ਅ ਜਦੋਂ ਤੁਸੀਂ ਸਟਰਗਲ ਕਰਦੇ ਹੋ ਜਦੋਂ ਤੁਸੀਂ ਹਰ ਚੀਜ਼ ਤੋਂ ਗੁਜ਼ਰਦੇ ਹੋ ਤੁਹਾਡੇ ਆਬਵੀਅਸਲੀ ਤੁਹਾਡੇ ਸਿਲੈਕਸ਼ਨਸ ਹੁੰਦੇ ਆ ਜਦੋਂ ਤੁਸੀਂ ਕਹਿ ਰਹੇ ਸੀ ਰਿਜੈਕਸ਼ਨਸ ਹੁੰਦੇ ਆ ਕੁਝ ਚੀਜ਼ਾਂ ਤੁਸੀਂ ਐਕਸਪੈਕਟ ਹੁਣ ਮੈਂ ਮਤਲਬ ਐਕਸਪੈਕਟੇਸ਼ਨ ਨਹੀਂ ਰੱਖਦੀ ਥੋੜਾ ਜਿੱਦਾਂ ਇਨੀਸ਼ੀਅਲ ਜਦੋਂ ਸਟੇਜ ਸੀ ਮੇਰੇ ਕੈਰੀਅਰ ਦੀ ਜਿੱਦਾਂ ਮੈਂ 4 ਆਡੀਸ਼ਨ ਦਿੱਤੇ ਉਸ ਵਕਤ ਮੈਨੂੰ ਲੱਗਦਾ ਸੀਗਾ ਕਿ ਹੈ ਨਾ ਕਿ ਮੇਰਾ ਆਡੀਸ਼ਨ ਤਾਂ ਬਹੁਤ ਅੱਛਾ ਹੁਆ ਥਾ ਮਤਲਬ ਕਿਉਂਕਿ ਅਸੀਂ ਬੱਚੇ ਹੁੰਨੇ ਆ ਜਦੋਂ ਬਹੁਤ ਸ਼ੁਰੂ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਮੈਨੂੰ Yeah. ਲੱਗਦਾ ਤੁਸੀਂ ਬਹੁਤ ਛੋਟੇ ਹੁੰਦੇ ਹੋ ਉਨੀ ਮੈਚੁਰਿਟੀ ਨਹੀਂ ਹੁੰਦੀ ਫਿਰ ਤੁਹਾਨੂੰ ਦੁਨੀਆ ਦਾ ਪਤਾ ਲੱਗਦਾ ਹੈ ਐਕਚੁਅਲੀ ਯਾਰ ਮਤਲਬ ਇਸ ਰੇਸ 'ਚ ਇਕੱਲੀ ਮੈਂ ਨਹੀਂ ਆ ਮੇਰੇ ਵਰਗੇ ਪਤਾ ਨਹੀਂ ਮੇਰੇ ਤੋਂ ਵੀ ਬੈਟਰ ਮੇਰੇ ਤੋਂ ਵੀ ਕਿੰਨੇ ਬੈਟਰ ਲੋਕ ਇਸ ਰੇਸ 'ਚ ਆ ਜੋ ਪਤਾ ਨਹੀਂ ਕਿੰਨਾ ਸਟਰਗਲ ਕਰਕੇ ਆਏ ਹੋਣੇ ਆ ਹੁਣ ਜੋ ਕੈਰੈਕਟਰ ਮੈਨੂੰ ਮਿਲਿਆ ਉਹ ਸ਼ਾਇਦ 10 ਔਰ ਜਣਿਆਂ ਨੇ ਆਡੀਸ਼ਨ ਦਿੱਤਾ ਹੋਵੇ 50 ਹੋਰ ਜਣਿਆਂ ਨੇ ਆਡੀਸ਼ਨ ਦਿੱਤਾ ਉਹੀ ਮੈਂ ਕਹਿ ਰਹੀ ਹਾਂ ਆ ਤਾਂ ਸਿਰਫ ਉਹੀ ਹੁੰਦੀ ਆ ਮਤਲਬ ਇੱਕ ਤਾਂ ਲੱਕ ਬਹੁਤ ਮੈਟਰ ਕਰਦਾ ਹੈ ਇੰਡਸਟਰੀ 'ਚ ਇੱਕ ਲੱਕ ਬਹੁਤ ਮੈਟਰ ਕਰਦਾ ਹੈ ਦੂਸਰੀ ਤੁਹਾਡੀ ਮਿਹਨਤ ਤੁਹਾਡੀ ਓਨੈਸਟ ਯੈਸ ਮਤਲਬ ਮੈਨੂੰ ਲੱਗਦਾ ਹੈ ਕਿ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਕਿਉਂਕਿ ਮੈਂ ਛੱਡਿਆ ਨਹੀਂ ਮੇਰੇ ਇਦਾਂ ਦਾ ਟਾਈਮ ਸੀ ਜਿੱਦਾਂ ਮੈਂ ਦੱਸਿਆ ਤੁਹਾਨੂੰ ਜਦੋਂ ਮੇਰੇ ਕੋਲ ਬਿਲਕੁਲ ਕੰਮ ਨਹੀਂ ਸੀਗਾ ਬਟ ਉਸ ਟਾਈਮ ਤੇ ਅਗਰ ਤੁਸੀਂ ਪੇਸ਼ੈਂਸ ਰੱਖਦੇ ਹੋ ਅੰਦਰ ਤੁਹਾਨੂੰ ਲੱਗਦਾ ਹੈ ਨਾ ਕਿ ਨਹੀਂ ਮੈਂ ਇਹੀ ਕਰ ਸਕਦੀ ਹਾਂ ਮੈਨੂੰ ਮਿਲੇਗਾ ਮਤਲਬ ਯੂ ਹੈਵ ਟੂ ਟ੍ਰੇਨ ਯੋਰ ਸਬਕੌਂਸ਼ੀਅਸ ਮਾਈਂਡ ਮਤਲਬ ਕਹਿੰਦੇ ਨਾ ਮੈਨੀਫੈਸਟੇਸ਼ਨਸ ਤੁਸੀਂ ਮੈਨੀਫੈਸਟ ਕਰਦੇ ਹੋ ਐਵਰੀ ਡੇ ਯੂ ਆਰ ਮੈਨੀਫੈਸਟਿੰਗ ਵਨ ਥਿੰਗ ਦੈਨ ਯੂ ਐਟ ਦ ਐਂਡ ਆਫ ਦ ਡੇ ਯੂ ਵਿਲ ਗੈਟ ਇਟ ਯਾ ਸੋ ਮੇਰੇ ਤਾਂ ਐਕਸਪੀਰੀਐਂਸਸ ਇਦਾਂ ਦੇ ਹੀ ਹੋਏ ਆ I think you are into spirituality also. Yeah, but not that much. Yeah, I do believe it. Because I know after lockdown Yeah. ਬਹੁਤ ਸਾਰੇ ਲੋਕਾਂ ਦਾ ਮੈਨੀਫੈਸਟੇਸ਼ਨ ਦੇ ਵੱਲ ਮੈਡੀਟੇਸ਼ਨ ਦੇ ਵੱਲ ਬਹੁਤ ਜ਼ਿਆਦਾ ਝੁਕਾਵ ਰਿਹਾ ਹੈ ਯੂ نو ਬਹੁਤ ਸਾਰੇ ਲੋਕ ਹੁਣ ਇਸ ਚੀਜ਼ ਨੂੰ ਐਕਸਪੀਰੀਅੰਸ ਕਰਦੇ ਨੇ ਨਾ ਆਈ ਥਿੰਕ ਇਟ ਇਜ਼ ਵੈਰੀ ਗ੍ਰੇਟ ਫॉर ਯੂਰ ਮੈਂਟਲ ਹੈਲਥ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਨ 2017 ਤੁਹਾਡਾ ਇੱਕ ਆਰਟੀਕਲ ਜਿਸ ਤਰ੍ਹਾਂ ਆਇਆ ਸੀ ਕਿ ਪੰਜਾਬੀ ਇੰਡਸਟਰੀ ਦਾ ਜਿਹੜਾ ਗ੍ਰਾਫ ਹੈ ਉਹ ਇਨਕਰੀਜ਼ ਹੋ ਰਿਹਾ ਹੈ ਯੂ نو ਇੱਕ ਆਰਟੀਕਲ ਜਸਟ ਇਸ ਤਰ੍ਹਾਂ ਹੀ ਸੀਗਾ ਕਿ ਹਾਂ ਮਤਲਬ ਕਿ ਪੰਜਾਬੀ ਇੰਡਸਟਰੀ ਦਾ ਇੱਕ ਗ੍ਰਾਫ ਹੈ ਜੋ ਇਨਕਰੀਜ਼ ਹੋ ਰਿਹਾ ਮਤਲਬ ਵੱਧ ਰਿਹਾ ਹੈ so in 2017 you have said this and now in 2023 do you believe that ਕਿ ਸਾਡਾ ਉਹ ਗ੍ਰਾਫ ਐਕਚੁਅਲ ਦੇ ਵਿੱਚ ਇਨਕਰੀਜ਼ ਹੋਇਆ ਹੈ ਜਾਂ ਫਿਰ ਕੁਝ ਅਲੱਗ ਹੋਇਆ ਹੈ ਇਹਨਾਂ 5-6 ਸਾਲਾਂ ਦੇ ਵਿੱਚ ਕੋਰਸ ਚੇਂਜ ਤਾਂ ਹੋ ਰਿਹਾ ਕਾਫੀ ਕੁਝ ਕਾਫੀ ਹੁਣ ਚੌਪਾਲ ਆ ਗਿਆ ਜਿੱਦਾਂ ਤੁਸੀਂ ਪਿਟਾਰਾ ਦੀ ਵੀ ਹੁਣ ਪ੍ਰੋਜੈਕਟਸ ਕਈ ਦੇਖ ਰਹੇ ਹੋ ਹੁਣ ਕੰਟੈਂਟ ਦੇ ਉੱਤੇ ਕੰਮ ਹੋ ਰਿਹਾ ਪਹਿਲੇ ਨਾਲ ਹੁਣ ਜਦੋਂ ਮੈਂ ਪਹਿਲਾਂ ਕਈ ਨਰੇਸ਼ਨ ਲਿੱਤੀ ਆ ਲਈਆਂ ਆ ਹੁਣ ਜੋ ਮੈਂ ਨਰੇਸ਼ਨ ਰੀਸੈਂਟਲੀ ਮੈਨੂੰ ਨਰੇਸ਼ਨ ਮਿਲਿਆ ਫਿਲਮਸ ਦੇ ਤੇ ਮੈਨੂੰ ਲੱਗਦਾ ਕੰਟੈਂਟ ਤੋਂ ਬਹੁਤ ਕੰਮ ਹੋਣਾ ਸ਼ੁਰੂ ਹੋਇਆ ਹੁਣ ਤੁਸੀਂ ਕੈਟ ਹੀ ਦੇਖ ਲਓ ਕੈਟ ਇਜ਼ ਆਲਸੋ ਪੰਜਾਬੀ ਵੈਬ ਸੀਰੀਜ਼ ਬਟ ਸੋ ਉਹ ਕਿਸੇ ਹੋਰ ਮਤਲਬ ਮੈਂ ਕਹੂੰਗੀ ਕਿ ਕੈਟ ਨਾ ਭਾਵੇਂ ਪੰਜਾਬੀ ਸੀ ਵਾਈ ਪੰਜਾਬੀ ਬਲਵਿੰਦਰ ਸਿੰਘ ਜੋ ਹੀ ਹੈਜ਼ ਮੇਡ ਹੀ ਇਜ਼ ਪੰਜਾਬੀ ਬਟ ਸਟਿਲ ਨਾ ਹਿੰਦੀ ਇੰਡਸਟਰੀ ਨੇ ਬਣਾਈ ਹੈ ਮੈਂ ਹਮੇਸ਼ਾ ਕਹੂੰਗੀ ਕਿ ਉਹ ਸਾਡੇ ਵਾਲਿਆਂ ਨੇ ਨਹੀਂ ਬਣਾਈ ਉਹ ਜਿਹੜਾ ਵਿਜ਼ਨ ਸੀ ਕ੍ਰੀਏਟਿਵਿਟੀ ਸੀ ਨਾ ਉਹ ਉਸ ਇੰਡਸਟਰੀ ਦੀ ਸੀਗੀ ਭਾਵੇਂ ਉਹ ਪੰਜਾਬੀ ਮੈਂ ਕਹੂੰਗੀ ਕਿ ਐਜ਼ ਅ ਪੰਜਾਬੀ ਆਈ ਐਮ ਵੈਰੀ ਪ੍ਰਾਊਡ ਕਿੰਨਾ ਵਧੀਆ ਕੰਟੈਂਟ ਆਇਆ ਬਟ ਸਟਿਲ ਆਈ ਵਾਂਟ ਕਿ ਇੱਥੇ ਵਾਲੇ ਜਿਹੜੇ ਬੈਠੇ ਨੇ ਯੂ نو ਬਹੁਤ ਵਧੀਆ ਐਕਟਰਸ ਨੇ ਡਾਇਰੈਕਟਰਸ ਨੇ ਉਹਨਾਂ ਨੇ ਇਸ ਚੀਜ਼ ਨੂੰ ਕਿਉਂ ਨਹੀਂ ਹੱਥ ਪਾਇਆ ਤਾਂ ਹੁਣ ਕੈਟ ਆਏ ਹੋਏ ਥੋੜਾ ਟਾਈਮ ਹੋਇਆ ਬਈ ਥੋੜੀ ਕੈਟ ਰਿਲੀਜ਼ ਹੋਈ ਹੈ ਔਰ ਆਪਣੇ ਸਾਰੇ ਐਕਟਰਸ ਕਿੰਨੇ ਮੋਸਟਲੀ ਪੰਜਾਬ ਤੋਂ ਐਕਟਰਸ ਸੀਗੇ ਸੋ ਆਈ ਗੈਸ ਰਿਸਕ ਲੈਣਾ ਤਾਂ ਹੁਣ ਬਣਦਾ ਹੈ ਬਈ ਹਾਂ ਉਹ ਤਾਂ ਬਣਦਾ ਹੈ ਬਟ ਕਿਤੇ ਨਾ ਜਿਵੇਂ ਤੁਸੀਂ ਇਸ ਸੀਰੀਜ਼ ਦੇ ਵਿੱਚ ਆਡੀਅנס ਮੈਂ ਕਹੂੰਗੀ ਹੁਣ ਜੋ ਪੰਜਾਬੀ ਫਿਲਮਸ ਆਉਂਦੀਆਂ ਵੀ ਆ ਇਵਨ ਕਾਮੇਡੀ ਵੀ ਅਗਰ ਆਪਾਂ ਲੈ ਲਈਏ ਨਾਰਮਲ ਲਾਈਫ ਤੇ ਵੀ ਲੈ ਲਈਏ ਉਹਦੀ ਵੀ ਆਡੀਅנס ਹੈਗੀ ਆ because I have seen my dad watching films है ना ਤੇ ਉਹਨਾਂ ਨੂੰ ਬੜਾ he enjoys that ਮਤਲਬ there are a lot of people but ਹਾਂ ਹੁਣ ਜੋ ਜਿੰਨੀ ਮੈਨੂੰ ਲੱਗਦਾ young generation ਆਈ they are more attracted to OTT platform or personally I also watch obviously ਤੁਸੀਂ ਵੀ ਵੇਖਦੇ ਹੋਗੇ ਹੈ ਨਾ ਕਿੰਨਾ OTT ਦੇਖਦੇ ਹੋਗੇ so obviously ਹੁਣ OTT ਲਈ ਕਾਫੀ ਕੁਝ ਬਣਨ ਲੱਗ ਗਿਆ ਔਰ
ਮੈਨੂੰ ਲੱਗਦਾ ਹੁਣ ਤਾਂ ਰਿਸਕ ਲੈਣਾ ਬਣਦਾ ਹੈ। ਰਿਸਕ ਲੈਣਾ ਬਣਦਾ ਆਫ ਕੋਰਸ, ਬਟ ਕਿਤੇ ਨਾ ਮੈਨੂੰ ਲੱਗਦਾ ਹੈ ਕਿ ਸਾਡੀ ਪੰਜਾਬੀ ਆਡੀਅנס ਜਿਹੜੀ ਹੈਗੀ ਨਾ ਉਹ ਵੀ ਇੱਕ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਕੱਟੜਤਾ ਦੇ ਵਿੱਚ ਚੱਲ ਜਾਂਦੀ ਹੈ ਕਿ ਕਾਮੇਡੀ ਸਾਨੂੰ ਵਧੀਆ ਲੱਗਦੀ ਹੈ। ਬਟ ਇੱਥੇ ਮੈਂ ਜ਼ਰੂਰ ਇੱਕ ਚੀਜ਼ ਕਹੂੰਗੀ ਕਿ ਜਿਸ ਤਰ੍ਹਾਂ ਤੁਸੀਂ ਵੈਬ ਸੀਰੀਜ਼ ਦੇ ਵਿੱਚ ਜੋ ਸੀਨ ਸੀਗੇ ਤੁਹਾਡੇ, ਭਾਵੇਂ ਉਹ ਰੇਪ ਸੀਨ ਹੋਵੇ, ਜਿਸ ਤਰ੍ਹਾਂ ਉਸ ਨੂੰ ਐਗਜ਼ੀਕਿਊਟ ਕੀਤਾ ਗਿਆ ਹੈ, ਤੁਹਾਨੂੰ ਲੱਗਦਾ ਹੈ ਕਿ ਉਹੀ ਚੀਜ਼ ਜੇ ਅਸੀਂ ਪੰਜਾਬੀ ਫਿਲਮ ਦੇ ਵਿੱਚ ਜਾਂ ਪੰਜਾਬੀ ਵੈਬ ਸੀਰੀਜ਼ ਦੇ ਵਿੱਚ ਕਰਦੇ, ਕੀ ਪੰਜਾਬੀ ਆਡੀਅנס ਉਸ ਨੂੰ ਐਕਸੈਪਟ ਕਰਦੀ? ਐਕਸੈਪਟ ਤਾਂ ਕਰਨਾ ਚਾਹੀਦਾ ਹੈ, ਹੂੰ ਐਕਸੈਪਟ ਤਾਂ ਕਰਨਾ ਚਾਹੀਦਾ ਹੈ, ਕਿਉਂਕਿ ਬਣਿਆ ਹੁਣ ਜਦੋਂ ਬਣੇਗਾ ਤਾਂ ਐਕਸੈਪਟ ਕਰੇਗੀ, ਓਕੇ ਕਿਉਂਕਿ ਦਿਸ ਇਜ਼ ਔਰ ਹੁਣ ਬਣ ਵੀ ਰਹੀ ਹੈ, ਹੁਣ ਕਾਫੀ ਕੁਝ ਚੇਂਜ ਹੋ ਰਿਹਾ। ਮੈਨੂੰ ਲੱਗਦਾ ਜਦ ਤੋਂ OTT ਪਿਟਾਰਾ ਜੋ OTT ਨੇ ਵੀ ਹੁਣ ਐਕਸੈਪਟ ਪੰਜਾਬੀ ਨੈਟਫਲਿਕਸ ਨੇ ਐਕਸੈਪਟ ਕੀਤਾ ਹੈ ਪੰਜਾਬੀ ਦਾ, ਪ੍ਰਾਈਮ ਦੇ ਲਈ ਵੀ ਕਈ ਵੈਬ ਸੀਰੀਜ਼ ਹੁਣ ਬਣ ਰਹੀਆਂ ਜੋ ਓਰੀਜਨਲ ਲੈਂਗੁਏਜ ਪੰਜਾਬੀ ਆ, ਹੂੰ ਤੇ ਹੁਣ ਪੰਜਾਬੀ ਆਡੀਅנס ਨੇ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਹਿਸਾਬ ਨਾਲ, ਔਰ ਅੱਗੇ ਵੀ ਕਰਨਾ ਚਾਹੀਦਾ ਆ ਔਰ ਕਰੇਗੀ, ਮੈਨੂੰ ਇਦਾਂ ਲੱਗਦਾ ਯਾ obviously। ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਡੀ ਐਬਿਲਿਟੀਜ਼ ਹੈਗੀਆਂ ਨੇ, ਜੋ ਤੁਹਾਡੀ ਸਕਿੱਲਸ ਸਾਨੂੰ ਇਸ ਵੈਬ ਸੀਰੀਜ਼ ਦੇ ਵਿੱਚ ਵੇਖਣ ਨੂੰ ਮਿਲੇ, ਇਹ ਸਕਿੱਲਸ ਇਹ ਐਬਿਲਿਟੀਜ਼ ਸਾਡੀ ਪੰਜਾਬੀ ਇੰਡਸਟਰੀ ਦੇਖਣ ਦੇ ਵਿੱਚ ਨਾਕਾਮਯਾਬ ਰਹੀ ਹੈ ਤੁਹਾਡੇ ਵਿੱਚ, ਤੁਹਾਨੂੰ ਲੱਗਦਾ ਇਸ ਤਰ੍ਹਾਂ? ਆਈ ਡੋਨਟ ਅੰਡਰਸਟੈਂਡ ਮਤਲਬ ਜੋ ਤੁਹਾਡੀ ਸਕਿੱਲਸ ਨੇ, ਜਿਸ ਤਰ੍ਹਾਂ ਬਲਵਿੰਦਰ ਜੀ ਨੇ ਇਹ ਤੁਹਾਡੀ ਸਕਿੱਲਸ ਪਹਿਚਾਨੀਆਂ, ਸ਼ੀ ਇਜ਼ ਅ ਗ੍ਰੇਟ ਐਕਟਰ, ਸ਼ੀ ਕੈਨ ਡੂ ਦਿਸ ਰੋਲ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੇ ਡਾਇਰੈਕਟਰਸ ਹੈਗੇ ਨੇ ਉਹ ਇਸ ਸਕਿੱਲਸ ਨੂੰ ਚੰਗੀ ਤਰ੍ਹਾਂ ਨਹੀਂ ਪਹਿਚਾਨ ਪਾਏ, ਮੇਬੀ ਹਾਲੇ ਤੱਕ ਮੇਰੇ ਕੋਲ ਪ੍ਰੋਜੈਕਟ ਨਹੀਂ ਆਇਆ ਉਸ ਹਿਸਾਬ ਨਾਲ, ਔਰ ਮੈਂ ਆਪਣੇ ਬਾਰੇ ਵੀ ਆ ਕਹਿਣਾ ਚਾਹੂੰਗੀ ਕਿ ਮੈਂ ਵੀ ਮੈਨੂੰ ਹਮੇਸ਼ਾ ਕੰਟੈਂਟ ਅਟਰੈਕਟ ਕਰਦਾ ਹੈ, ਸਕ੍ਰਿਪਟਸ ਅਟਰੈਕਟ ਕਰਦੀਆਂ, ਕਿਉਂਕਿ ਮੈਂ ਵੀ ਹਰ ਸਕ੍ਰਿਪਟ ਨੂੰ ਹਾਂ ਨਹੀਂ ਕਰਦੀ। ਹਾਂ, ਦੋ ਇਟ ਇਜ਼ ਅ ਇਨੀਸ਼ੀਅਲ ਸਟੇਜ ਆਫ ਮਾਈ ਕੈਰੀਅਰ, ਮਤਲਬ ਮੈਂ ਇੰਨੀ ਕੋਈ ਸਟਾਰ ਨਹੀਂ, ਬਟ ਸਟਿਲ ਕਿ ਮੈਨੂੰ ਮਜ਼ਾ ਆਉਂਦਾ ਹੈ ਵਧੀਆ ਕੰਟੈਂਟ ਕਰਨ 'ਚ, ਦੈਟ ਇਜ਼ ਮਾਈ ਪਰਸਨਲ ਚੋਇਸ। ਮਤਲਬ ਮੈਨੂੰ ਓਬਵੀਅਸਲੀ ਇਦਾਂ ਨਹੀਂ ਹੈ ਕਿ ਮੈਂ ਕਾਮੇਡੀ ਨਹੀਂ ਕਰਨਾ ਚਾਹੁੰਦੀ, ਆਈ ਵੁੱਡ ਲਵ ਟੂ ਡੂ ਦੈਟ। ਤੇ ਬਾਕੀ ਸਕਿੱਲਸ ਦਾ ਸਵਾਲ ਰਿਹਾ ਤਾਂ ਓਬਵੀਅਸਲੀ ਮੈਨੂੰ ਬਹੁਤ ਕਾਲਸ ਆਏ ਆਫਟਰ ਕੈਟ, ਕਿਉਂਕਿ ਇੱਕ ਤਾਂ ਤੁਹਾਨੂੰ ਦੇਖੋ ਕਲਿੱਕ ਚਾਹੀਦਾ ਹੁੰਦਾ ਹੈ ਨਾ, ਇੱਕ ਤਾਂ ਤੁਹਾਨੂੰ ਵੱਡਾ ਪ੍ਰੋਜੈਕਟ ਚਾਹੀਦਾ ਹੁੰਦਾ ਹੈ, ਫਿਰ ਹੀ ਪ੍ਰੋਡਿਊਸਰ ਤੁਹਾਡੇ ਤੇ ਰਿਸਕ ਲੈਂਦਾ, ਇਹ ਤਾਂ ਗੱਲ ਫੈਕਟ ਹੈ। ਤਾਂ ਮੈਨੂੰ ਉਸ ਤੋਂ ਬਾਅਦ ਕਾਫੀ ਸਾਡੀ ਇੰਡਸਟਰੀ ਤੋਂ ਕਾਲਸ ਆਏ, ਜਿੱਦਾਂ ਮੈਨੂੰ ਰਾਹੁਲ ਜੁਨਰਾਲ, ਸੰਜੀਵ ਅਤਰੀ ਜੀ ਦਾ ਕਾਲ ਆਇਆ, ਮੈਨੂੰ ਰਾਣਾ ਰਣਬੀਰ ਜੀ ਦਾ ਕਾਲ ਆਇਆ ਆਫਟਰ ਵਾਚਿੰਗ ਕੈਟ। ਸੋ ਕਾਫੀ ਲੋਕਾਂ ਨੇ ਅਪਰੀਸ਼ੀਏਟ ਕੀਤਾ, ਇਟ ਮੀਨਸ ਕਿ ਕਿਤੇ ਨਾ ਕਿਤੇ ਸਾਰੇ ਜਣੇ ਇਸ ਚੀਜ਼ ਨੂੰ ਐਕਸੈਪਟ ਕਰ ਰਹੇ ਆ, ਕਿਉਂਕਿ ਐਟ ਦ ਐਂਡ ਆਫ ਦ ਡੇ ਸਭ ਚਾਹੁੰਦੇ ਆ ਕਿ ਕੁਝ ਵਧੀਆ ਕੰਟੈਂਟ ਆਪਾਂ ਕਰੀਏ ਐਜ਼ ਐਨ ਐਕਟਰ ਵੀ, ਔਰ ਪ੍ਰੋਡਿਊਸਰਸ ਵੀ ਚਾਹਣਗੇ ਅਗਰ ਆਡੀਅנס ਐਕਸੈਪਟ ਕਰਦੀ ਹੈ। ਕੁਝ ਆਡੀਅנס ਹੈ ਜੋ ਨਹੀਂ ਦੇਖਣਾ ਚਾਹੁੰਦੀ ਇਸ ਟਾਈਪ ਦੇ ਮਤਲਬ ਪ੍ਰੋਜੈਕਟਸ, ਤਾਂ ਫਿਰ ਪ੍ਰੋਡਿਊਸਰਸ ਵੀ ਰਿਸਕ ਨਹੀਂ ਲੈਂਦੇ, ਕਿਉਂਕਿ ਓਬਵੀਅਸਲੀ ਦੇ ਹੈਵ ਟੂ ਪੁੱਟ ਮਨੀ ਪ੍ਰੈਕਟੀਕਲੀ। ਸੋ ਅਗਰ ਆਡੀਅנס ਐਕਸੈਪਟ ਕਰੇਗੀ ਕੁਝ, ਕਾਫੀ ਹੱਦ ਤੱਕ ਤਾਂ ਕਰਨ ਲੱਗ ਗਈ ਹੈ, ਕਿਉਂਕਿ OTT ਬਹੁਤ ਦੇਖ ਰਹੇ ਹੋ ਅੱਜ ਕੱਲ੍ਹ। ਸੋ ਮੈਂ ਇੱਕ ਆਖਰੀ ਹੀ ਸੀਰੀਅਸ ਸਵਾਲ ਪੁੱਛੂੰਗੀ, ਉਸ ਤੋਂ ਬਾਅਦ ਮੈਂ ਆਪਣੇ 10 ਕੁਐਸਚਨਸ ਤੁਹਾਡੇ ਤੇ ਇਦਾਂ ਸੁੱਟ ਦਊਂਗੀ, ਬਟ ਇੱਕ ਆਖਰੀ ਸੀਰੀਅਸ ਸਵਾਲ ਇਹੀ ਪੁੱਛੂੰਗੀ ਕਿ ਬਹੁਤ ਸਾਰੇ ਨਹੀਂ, ਆਈ ਵਿਲ ਸੇ ਕਿ ਕੁਝ ਚੁਣਿੰਦਾ ਟੌਪ ਐਕਟਰੈਸਸ ਹੈਗੀਆਂ ਨੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ, ਬਟ ਉਹ ਟੌਪ ਐਕਟਰੈਸਸ ਉਹਨਾਂ ਦੇ ਵਿੱਚੋਂ ਵੀ ਕੁਝ ਚੁਣਿੰਦਾ ਨੇ ਜੋ ਸੇਮ ਕਾਈਂਡ ਆਫ ਕੰਟੈਂਟ ਕਰ ਰਹੇ ਨੇ, ਬਟ ਤੁਹਾਨੂੰ ਕਦੇ ਲੱਗਦਾ ਹੈ ਕਿ ਮੈਂ ਇਸ ਪੋਜੀਸ਼ਨ ਤੇ ਹੁੰਦੀ ਤੇ ਸ਼ਾਇਦ ਮੈਂ ਵਧੀਆ ਪ੍ਰੋਜੈਕਟਸ ਚੂਜ਼ ਕਰਦੀ, ਜਦੋਂ ਆਡੀਅנס ਹੀ ਮੈਨੂੰ ਹਮੇਸ਼ਾ ਦੇਖਣਾ ਚਾਹੁੰਦੀ ਹੈ? ਮਤਲਬ ਟੌਪ ਐਕਟਰਸ ਦੀ ਲਿਸਟ ਦੇ ਵਿੱਚ ਤੁਸੀਂ ਹੈਗੇ ਹੋ ਇਸ ਸਮੇਂ ਪੰਜਾਬੀ ਇੰਡਸਟਰੀ ਦੇ, ਤੇ ਤੁਸੀਂ ਸਿਰਫ ਉਹੀ ਮਤਲਬ ਆਈ ਐਮ ਜਸਟ ਟੈਲਿੰਗ ਯੂ ਟੂ ਇਮੈਜਿਨ ਦਿਸ, ਠੀਕ ਹੈ, ਕਿ ਤੁਸੀਂ ਟੌਪ ਐਕਟਰਸ ਦੀ ਲਿਸਟ ਦੇ ਵਿੱਚ ਇਸ ਸਮੇਂ ਹੈਗੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ, ਬਟ ਦ ਕਾਈਂਡ ਆਫ ਫਿਲਮਸ, ਦ ਕਾਈਂਡ ਆਫ ਕੰਟੈਂਟ ਦੇ ਆਰ ਡੂਇੰਗ ਲਾਈਕ ਰਿਪੀਟੇਡਲੀ, ਕੀ ਤੁਸੀਂ ਇਸ ਤਰ੍ਹਾਂ ਕਰਦੇ ਕਿ ਤੁਸੀਂ ਵੱਖਰੀ ਲੇਨ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ? ਪਹਿਲੀ ਤਾਂ ਗੱਲ ਹੈ, ਮੈਨੂੰ ਹਾਲੇ ਕੁਝ ਮੈਂ ਇਸ ਬਾਰੇ ਨਹੀਂ ਕਹਿ ਸਕਦੀ, ਆਈ ਹੈਵ ਨੋ ਆਈਡੀਆ ਅਬਾਊਟ ਦੈਟ, ਕਿਉਂਕਿ ਜਿਸ ਦਿਨ ਉਹ ਚੀਜ਼ ਜੋ ਮੈਂ ਉੱਥੇ ਉਸ ਪੋਜੀਸ਼ਨ ਤੇ ਆ ਕੇ ਜਦੋਂ ਜੋ ਫੀਲ ਕਰੂੰਗੀ ਮੈਂ ਉਸ ਚੀਜ਼ ਨੂੰ ਫੋਲੋ ਅਪ ਕਰੂੰਗੀ, ਕਿਉਂਕਿ ਕਈ ਵਾਰ ਕੀ ਹੁੰਦਾ ਆ ਕਿ ਤੁਹਾਡੇ ਕੋਲ ਲਿਮਿਟਿਡ ਓਪਰਚੁਨਿਟੀਜ਼ ਵੀ ਹੁੰਦੀਆਂ ਆ, ਮਤਲਬ ਮੈਨੂੰ ਨਹੀਂ ਪਤਾ ਹੁਣ ਕੱਲ ਨੂੰ ਅਗਰ ਮੇਰੇ ਕੋਲ ਬਹੁਤ ਸਾਰੇ ਪ੍ਰੋਜੈਕਟਸ ਕਿਸ ਪ੍ਰੋਜੈਕਟ ਕਰਨਾ ਚਾਹੂੰਗੀ, ਔਰ ਕਈ ਲੋਕ ਰਿਸਕ ਨਹੀਂ ਲੈਣਾ, ਗੱਲ ਕੀਤੀ ਹੈ ਨੇਹਾ ਕਈ ਲੋਕ ਮੈਨੂੰ ਲੱਗਦਾ ਕਿ ਰਿਸਕ ਨਹੀਂ ਲੈਂਦੇ, ਸ਼ੋ ਯੂ ਗੋਨਾ ਲਵ ਇਟ, ਸੋ ਸਟੇ ਪਰਸਨਲੀ ਆਈ ਵੁੱਡ ਲਵ ਟੂ ਡੂ ਕ੍ਰੀਏਟਿਵ ਆਲਸੋ, ਮੈਂ ਤਾਂ ਰਿਸਕ ਲੈਣਾ ਬਹੁਤ ਪਸੰਦ ਕਰਦੀ, ਜਿੱਕੀ ਚੈਲੰਜਿੰਗ ਕੈਰੈਕਟਰਸ ਹੋਣੇ ਬਹੁਤ ਜ਼ਰੂਰੀ ਆ, ਤਾਂ ਐਜ਼ ਐਨ ਐਕਟਰ
ਮਤਲਬ ਤੁਸੀਂ ਗਰੋ ਕਰਦੇ ਹੋ। ਇਹਦੇ ਵਿੱਚ ਇੱਕ ਹੋਰ ਕਿ ਤੁਹਾਨੂੰ ਕਦੇ ਗੁੱਸਾ ਆਉਂਦਾ ਜਦੋਂ ਹਿੰਦੀ ਐਕਟ੍ਰੈਸਸ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਲਿਆਇਆ ਜਾਂਦਾ ਤਾਂ ਪੰਜਾਬੀ ਐਕਟ੍ਰੈਸਸ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ। ਮੈਨੂੰ ਇਸ ਤਰ੍ਹਾਂ ਯਾਦ ਆ ਗਿਆ, ਦਿਮਾਗ ਦੇ ਵਿੱਚ ਆ ਗਿਆ। ਸੋ ਮੈਂ ਜ਼ਰੂਰ ਪੁੱਛੂੰਗੀ ਕਿ ਗੁੱਸਾ ਆਂਦਾ ਹੈ? ਇੱਕ ਤਰ੍ਹਾਂ ਦੇ ਨਾਲ ਹੁੰਦਾ ਤਾਂ ਹੈ ਯਾਰ, ਅਸੀਂ ਇੱਥੇ ਬੈਠੇ ਹਾਂ, ਪੰਜਾਬੀ ਐਕਟ੍ਰੈਸਸ ਹੈਗੀਆਂ ਨੇ, ਕਿਉਂ ਜਾਣਾ ਹੈ ਹਿੰਦੀ ਐਕਟ੍ਰੈਸਸ ਦੇ ਵੱਲ ਜਿਨ੍ਹਾਂ ਨੂੰ ਪੰਜਾਬੀ ਆਂਦੀ ਤੱਕ ਨਹੀਂ ਹੈਗੀ? ਆਈ ਡੋਨਟ ਨੋ, ਉਹ ਉਹਨਾਂ ਦੀ ਸਾਰਿਆਂ ਦੀ ਆਪਣੀ ਪਰਸਨਲ ਚੋਇਸ ਹੁੰਦੀ ਹੈ ਯਾਰ, ਆਈ ਕਾਂਟ ਸੇ। ਤੁਸੀਂ ਵੀ ਆਪਣੇ ਏਦਾਂ ਆਈ ਕਾਂਟ ਸੇ ਐਨੀਥਿੰਗ। ਚਲੋ ਕੋਈ ਗੱਲ ਨਹੀਂ। ਨਾਓ ਆਈ ਥਿੰਕ ਆਈਲ ਆਸਕ ਆਰ ਓਕੇ, ਸੋ ਨਾਓ I have 10 questions. Okay, now I'll ask you ਇਹ ਸਾਰੇ questions ਤੇ ਤੁਸੀਂ ਆਪਣੇ ਤਰੀਕੇ ਦੇ ਨਾਲ ਜੋ ਵੀ ਆਨਸਰ ਦੇਣਾ ਚਾਹੋ, ਠੀਕ ਹੈ? Okay, so number 1, what do you like in your spare time? Spare time? Yeah. Watching movies. Watching movies. Movies, yeah. OTT series. ਕਿਸ ਤਰ੍ਹਾਂ ਦਾ ਕੰਟੈਂਟ ਪਸੰਦ ਹੈ ਤੁਹਾਨੂੰ? Web shows like Cat. I'm promoting Cat. Okay. Like recently I was watching this I loved She. Okay. ਮਤਲਬ ਉਸ ਟਾਈਪ ਦਾ ਕੰਟੈਂਟ ਮੈਨੂੰ ਬਹੁਤ ਪਸੰਦ ਹੈ। She ਹੋ ਗਿਆ ਜਿੱਦਾਂ, then I was watching this Emily in Paris. Okay. I love to watch love stories also. Romantic teenagers ਵਾਲੀ, ਉਹ ਵੀ ਮੈਨੂੰ ਬਹੁਤ ਵਧੀਆ ਲੱਗਦਾ ਹੈ। So yeah. Okay. So which celebrity would you rate as a perfect 10? ਮਤਲਬ from here or Anywhere. ਬਸ ਚਲੋ ਪੰਜਾਬੀ ਇੰਡਸਟਰੀ। oh no ਤੁਸੀਂ ਪੁੱਛਿਆ ਮੈਂ ਤਾਂ ਕੋਈ ਚੋਇਸ ਦਿੱਤੀ ਨਹੀਂ ਸੀ। ਨਾ perfect 10 ਹੈ, ਤਾਰੀਫ ਹੀ ਹੈ। I loved Randeep Huda. Okay. Okay. Anyways, I love him because he's because मैं personally ਉਹਨਾਂ ਨੂੰ ਮਿਲੀ और he's a gem of a person. And creative, his aura as an actor, as a person, very mature. Okay. So what do you consider to be your career highlight? Career highlight. Yeah. ਮੈਨੂੰ ਲੱਗਦਾ ਤੁਸੀਂ ਕੈਟ ਹੀ ਕਹੋਗੇ। ਨਹੀਂ? Of course. Cat. Okay. Okay. How would you describe yourself in 5 words? I'm a lovely girl. Okay. So one thing you don't like about Punjabi industry, ਤੇ ਇਹ ਸੱਚੀ ਆਨਸਰ ਦੇਣਾ, ਓਨੈਸਟਲੀ ਆਨਸਰ ਦੇਣਾ ਹੈ ਕਿ ਇੱਕ ਚੀਜ਼ ਜੋ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਬਿਲਕੁਲ ਪਸੰਦ ਨਹੀਂ ਹੈ। ਮੈਨੂੰ ਪਸੰਦ ਨਹੀਂ ਹੈ। ਕੁਝ ਤਾਂ ਹੋਏਗਾ। ਮੈਨੂੰ ਪੁੱਛ ਲਓ, ਮੈਂ ਲਿਸਟ ਦੇ ਦਿੰਦੀ ਆ ਤੁਹਾਨੂੰ, ਉਹਦੇ ਚ ਚੂਜ਼ ਕਰ ਲਓ। ਅੱਛਾ, ਮੈਨੂੰ ਕਿਹੜੀ ਨਹੀਂ ਪਸੰਦ ਹੈ? ਤੁਸੀਂ ਦੋ ਲਿਸਟ ਜੇ ਮੈਂ ਦੇਤੀ ਤਾਂ ਫਿਰ ਬਟ ਕੁਝ ਵੀ ਨਹੀਂ, ਮਤਲਬ ਕੁਝ ਤਾਂ ਹੋਏਗਾ। ਮੈਨੂੰ ਲੱਗਦਾ ਹੈ ਕਿ ਕੰਟੈਂਟ ਤੇ ਹੋਰ ਜ਼ਿਆਦਾ ਕੰਮ ਹੋਣਾ ਚਾਹੀਦਾ। ਓਕੇ, Yeah. ਠੀਕ ਹੈ, Honestly. ਠੀਕ ਹੈ। ਓਕੇ, ਸੋ ਵਨ ਥਿੰਗ ਯੂ ਡੂ ਨਾਟ ਲਾਈਕ ਅਬਾਊਟ ਲਾਈਕ ਬਾਲੀਵੁੱਡ ਦਾ ਤਾਂ ਦੱਸ ਦਿਓ ਕਿ ਜਿਹੜੀ ਨਹੀਂ ਪਸੰਦ ਆਈ ਹੋਵੇ ਤੁਹਾਨੂੰ। Bollywood ਦਾ ਤਾਂ ਮੈਨੂੰ ਸਭ ਕੁਝ ਹੀ ਪਸੰਦ ਸਭ ਕੁਝ ਪਸੰਦ ਹੈ। ਪਰਫੈਕਟ 10 ਹੈ ਬਾਲੀਵੁੱਡ। I तो love Bollywood. Okay, so who would you must like to be stuck in the elevator? Oh my god. ਦੱਸੋ। What kind of question is that, man? ਕੋਈ ਮੈਨੂੰ ਸਟਕ ਕਰਾ ਲਓ ਆਪਣੇ ਨਾਲ, ਕੋਈ ਚੱਕਰ ਨਹੀਂ, ਮੈਨੂੰ ਕਰਾ ਲਓ। ਕੋਈ ਕੁੜੀ ਦੱਸ ਦਿਓ। ਆਮ ਨਾਟ ਸੇਇੰਗ ਕਿ ਕੋਈ ਸੈਲੀਬ੍ਰਿਟੀ ਦੱਸੋ ਜਿਸ ਦੇ ਨਾਲ ਤੁਸੀਂ ਐਲੀਵੇਟਰ ਦੇ ਵਿੱਚ ਸਟਕ। ਕ੍ਰੀਏਟਿਵਿਟੀ ਦੀ ਗੱਲ ਕਰ ਸਕਦੇ ਹੋ, ਆਰਟ ਦੀ ਗੱਲ ਕਰ ਸਕਦੇ ਹੋ, Okay. ਕ੍ਰਾਫਟ ਦੀ। Randeep Huda again. Okay, Randeep Huda. Yeah. Your priority, Bollywood or Bollywood? Now you have one Bollywood project. No. Now you have, I'm giving you one Bollywood project or one Bollywood project. My priority is content. Content. Yeah. ਚਲੋ ਠੀਕ ਹੈ, ਬਾਲੀਵੁੱਡ ਦਾ ਕੰਟੈਂਟ ਵੀ ਆਇਆ, ਬਾਲੀਵੁੱਡ ਦਾ ਵੀ ਕੰਟੈਂਟ ਆਇਆ, ਫਿਰ ਕਿਸ ਨੂੰ ਚੂਜ਼ ਕਰੋਗੇ? ਜਿੱਥੇ ਵਧੀਆ ਕੰਟੈਂਟ ਹੋਏਗਾ। ਜਿੱਥੇ ਵਧੀਆ ਕੰਟੈਂਟ ਹੋਵੇਗਾ, ਜੇ ਇਕੁਅਲੀ ਕੰਟੈਂਟ ਵਧੀਆ ਹੋਵੇਗਾ, ਕੋਈ ਤਾਂ ਪ੍ਰਾਇੋਰਟੀ ਫਿਰ ਮੈਂ ਹੋਣੀ ਹੈ। ਦੋਨੋਂ ਕਰੂੰਗੀ ਯਾਰ। ਫਿਰ ਦੋਨੋਂ, ਮੰਨ ਲਓ ਡੇਟਸ ਹੀ ਨਹੀਂ ਹੈਗੀਆਂ। ਮੈਂ Get stuck in this. ਅਰੇ ਯਾਰ, ਇਹ ਗਲਤ ਗੱਲ ਹੈ। ਮੈਂ ਥੰਬਨੇਲ 'ਚ ਕੀ ਲਿਖੂੰਗੀ? ਦੱਸ ਮੈਨੂੰ। Okay. So, one Punjabi actor you want to work with in Bollywood. One Punjabi actor. You want to work with in Bollywood. Options. Options ਬਹੁਤ ਸਾਰੇ ਨੇ। ਦਿਲਜੀਤ ਦੋਸਾਂਝ, ਐਮੀ ਵਿਰਕ, ਜੱਸੀ ਗਿੱਲ, ਬਬਲ ਰਾਏ, ਬਹੁਤ ਸਾਰੇ ਨੇ। ਲਾਈਨਾਂ ਲੱਗੀਆਂ ਹੋਈਆਂ ਨੇ ਐਕਟਰਸ। ਦਿਲਜੀਤ ਦੋਸਾਂਝ, ਉਹ ਤਾਂ ਬਾਲੀਵੁੱਡ ਦੇ ਵਿੱਚ ਵੈਸੇ ਵੀ ਕੰਮ ਕਰ ਰਹੇ ਨੇ। ਸੋ ਆਈ ਥਿੰਕ ਇਜ਼ ਅ ਗ੍ਰੇਟ ਐਕਟਰ। ਸੋ your
ਲਾਸਟ ਹੀ ਹੈ ਤੁਹਾਡਾ ਬੈਸਟ ਕੋ-ਸਟਾਰ ਅੱਜ ਤੱਕ ਦਾ ਰਣਦੀਪ ਹੁੱਡਾ ਤੋਂ ਇਲਾਵਾ। Anyways, I didn't have any scene with him. ਪਰ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਦੇ ਕਿ ਇੱਥੇ ਤੁਸੀਂ ਸੇਫ ਖੇਡਣ ਦੀ ਕੋਸ਼ਿਸ਼ ਨਾ ਕਰਿਓ। ਬੈਸਟ ਕੋ-ਸਟਾਰ ਰਣਦੀਪ ਹੁੱਡਾ ਤੋਂ ਇਲਾਵਾ ਇੱਥੇ ਜਾਂ ਪੰਜਾਬੀ ਇੰਡਸਟਰੀ ਦੱਸੋ। ਪੰਜਾਬੀ ਇੰਡਸਟਰੀ ਚ ਰਾਣਾ ਰਣਵੀਰ। ਰਾਣਾ ਰਣਬੀਰ। I loved working with him. Yeah. Yes. Okay. So I think मैं 10 questions भी complete कर ले, सारे questions complete कर ले, and I would really love to watch you in Punjabi films also. You know, I wish कि तुसी OTT ਤਾਂ ਕਰਦੇ ਰਹੋ, but I would love to do Punjabi films. yeah, And Bollywood films. And South movies. And OTT. everything you would love to do. Yeah. Content ਵਧੀਆ ਹੋਣਾ ਚਾਹੀਦਾ ਹੈ। Okay. So thank you so much Neha. It was lovely talking to you. ਤੁਸੀਂ ਮੇਰੇ Same ਜਾਲ 'ਚ ਨਹੀਂ ਫਸੇ, ਤੁਸੀਂ ਬਹੁਤ ਸੇਫ ਖੇਡਣ ਦੀ ਕੋਸ਼ਿਸ਼ ਕੀਤੀ ਹੈ, but it's fine, ਕੋਈ ਗੱਲ ਨਹੀਂ। ਇਸ ਤਰ੍ਹਾਂ ਦੀ ਵੀ conversations ਹੁੰਦੀਆਂ ਨੇ and I love talking to you. Thank you so much. Thank you so much. ਸੋ ਅਸੀਂ ਨੇਹਾ ਪਵਾਰ ਦੇ ਨਾਲ ਇਨਫਾਰਮਲ ਕਨਵਰਸੇਸ਼ਨ ਦੇ ਵਿੱਚ ਕਨਵਰਸੇਸ਼ਨ ਕੀਤੀ ਹੈ ਐਂਡ ਯੂ ਗਾਇਜ਼ ਕੀਪ ਵਾਚਿੰਗ ਇਨਫਾਰਮਲ ਕਨਵਰਸੇਸ਼ਨ ਓਨਲੀ ਔਨ ਕਿੰਗ ਪੰਜਾਬ।